Viewers, welcome back in our program. And ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਇਰਲੈਂਡ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਕਿਸੇ ਵੀਰ ਦੁਆਰਾ ਲਿਖੀ ਈਮੇਲ ਦਾ ਜਵਾਬ ਸੁਣ ਰਿਹਾ ਸੀ, ਜਿਨ੍ਹਾਂ ਵਿੱਚ ਤੁਸੀਂ ਕਹਿ ਰਹੇ ਸੀ ਕਿ ਸਾਡੀ ਕੌਮ ਦੀ ਇਹ ਬੜੀ ਤਰਾਸਦੀ ਹੈ ਕਿ ਸਾਨੂੰ ਪੜ੍ਹਨ ਦਾ ਸ਼ੌਂਕ ਨਹੀਂ ਤੇ ਲਿਖਣ ਵਾਲੀ ਤਾਂ ਗੱਲ ਹੀ ਛੱਡੋ। ਡਾਕਟਰ ਸਾਹਿਬ, ਮੈਂ ਆਪ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਸਾਡਾ ਇਕੱਲੇ ਪੜ੍ਹਨ ਨਾਲ ਵੀ ਕੁਝ ਨਹੀਂ ਬਣਨਾ ਜਿੰਨਾ ਚਿਰ ਅਸੀਂ ਲਿਖਣ ਦਾ ਸ਼ੌਂਕ ਵੀ ਨਹੀਂ ਪਾਲਦੇ। ਸਾਨੂੰ ਦਲੇਰ ਲਿਖਾਰੀਆਂ ਦੀ ਵੀ ਬਹੁਤ ਲੋੜ ਹੈ ਜੋ ਹਿੰਦੁਸਤਾਨ ਦੇ ਝੂਠੇ ਲਿਖੇ ਹੋਏ ਇਤਿਹਾਸ ਦਾ ਸੱਚ ਦੁਨੀਆ ਸਾਹਮਣੇ ਲਿਆਉਣ। ਵਿਕਾਊ ਲਿਖਾਰੀਆਂ ਵੱਲੋਂ ਬਣਾਏ ਹੋਏ ਝੂਠੇ ਹੀਰੋ ਜਿੱਦਾਂ ਲਾਲਾ ਲਾਜਪਤ ਰਾਏ, ਗਾਂਧੀ, ਨਹਿਰੂ, ਪਟੇਲ, ਇੰਦਰਾ ਗਾਂਧੀ ਵਰਗਿਆਂ ਦਾ ਸੱਚ ਸਾਹਮਣੇ ਲਿਆ ਸਕਣ। ਹਿੰਦੂਆਂ ਦੀ ਤਾਂ ਗੱਲ ਛੱਡੋ, ਸਿੱਖਾਂ ਦੇ ਨਿਆਣੇ ਵੀ ਇਹਨਾਂ ਨੂੰ ਅਸਲੀ ਯੋਧੇ ਸਮਝੀ ਜਾ ਰਹੇ ਹਨ। ਡਾਕਟਰ ਸਾਹਿਬ, ਮੈਨੂੰ ਇੱਦਾਂ ਲੱਗਦਾ ਹੈ ਕਿ ਜੇ ਪੰਥ ਦਰਦੀ ਲਿਖਾਰੀਆਂ ਦੀ ਗਿਣਤੀ ਹੋਰ ਵੀ ਵੱਧ ਹੁੰਦੀ ਤਾਂ ਸ਼ਾਇਦ ਅੱਜ ਸਾਡੀ ਜਵਾਨੀ ਇੰਨੀ ਕੋਰੀ ਨਾ ਹੁੰਦੀ। ਜਿੰਨੇ ਸੱਚੇ ਤੇ ਨਿਡਰ ਸਾਡੀ ਕੌਮ ਦੇ ਲਿਖਾਰੀ ਹੋਣਗੇ, ਉਨੀ ਜਲਦੀ ਤੇ ਪ੍ਰਭਾਵਸ਼ੀਲਤਾ ਨਾਲ ਦੁਨੀਆ ਨੂੰ ਸਾਡੇ ਸੰਘਰਸ਼ ਦਾ ਸੱਚ ਪਤਾ ਲੱਗੇਗਾ ਤੇ ਖਾਲਿਸਤਾਨ ਲਈ ਰਾਹ ਹੋਰ ਵੀ ਪੱਧਰਾ ਹੋਵੇਗਾ। ਡਾਕਟਰ ਸਾਹਿਬ, ਮੈਨੂੰ ਲੱਗਦਾ ਸਾਡੀ ਕੌਮ ਨੂੰ ਜ਼ਿਆਦਾ ਤੋਂ ਜ਼ਿਆਦਾ ਲਿਖਾਰੀਆਂ ਦੀ ਬਹੁਤ ਲੋੜ ਹੈ। ਡਾਕਟਰ ਸਾਹਿਬ, ਕੀ ਇਹ ਜ਼ਰੂਰੀ ਹੈ ਕਿ ਲਿਖਤ ਦਾ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ? ਜੇ ਆਪਾਂ ਸੱਚ ਲਿਖਾਂਗੇ ਤਾਂ ਕੀ ਲਿਖਤ ਦਾ ਮਿਆਰ ਆਪੇ ਹੀ ਉੱਚਾ ਨਹੀਂ ਹੋ ਜਾਵੇਗਾ? ਇੱਥੇ ਹੀ ਈਮੇਲ ਦੀ ਸਮਾਪਤੀ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਡਾਕਟਰ ਸਾਹਿਬ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਆਇਰਲੈਂਡ ਤੋਂ ਲਿਖਿਆ ਔਰ ਉਹਨਾਂ ਨੇ ਬੜਾ ਚੰਗਾ ਨੁਕਤਾ ਜਿਹਦਾ ਅਸੀਂ ਅਕਸਰ ਜ਼ਿਕਰ ਕਰਦੇ ਰਹਿੰਦੇ ਉਸ ਨੂੰ ਉਹਨਾਂ ਨੇ ਜਿਹੜਾ ਰੀਫਰੇਜ਼ ਕੀਤਾ ਜਾਂ ਇੱਕ ਨਵੇਂ ਅੰਦਾਜ਼ ਦੇ ਵਿੱਚ ਉਹਨਾਂ ਨੇ ਇਸ ਨੂੰ ਕਾਮੈਂਟ ਵੀ ਆ ਉਹਨਾਂ ਦਾ, ਪਰ ਉਸ ਦੇ ਨਾਲ ਉਹਨਾਂ ਨੇ ਸਵਾਲ ਵੀ ਜੋੜਿਆ। ਇਹ ਦੇਖੋ, ਪੜ੍ਹਨਾ ਤੇ ਲਿਖਣਾ ਤੇ ਨਾਲ ਹੀ ਚੱਲਦਾ ਹੈ। ਜੀ ਜੀ, ਜਿਵੇਂ ਖਾਣਾ ਪੀਣਾ ਨਾਲ ਹੀ ਚੱਲਦਾ ਹੈ, ਰੋਟੀ ਦੇ ਨਾਲ ਪਾਣੀ ਹੈ, ਦੁੱਧ ਹੈ, ਬਿਲਕੁਲ ਇਸੇ ਤਰ੍ਹਾਂ ਜਿਹਨੂੰ ਪੜ੍ਹਨ ਦਾ ਸ਼ੌਕ ਹੋਏਗਾ, ਲਿਖਣ ਦਾ ਉਸ ਚੋਂ ਨਿਕਲਦਾ। ਇਹ ਨਹੀਂ ਹੁੰਦਾ ਕਿ ਵੀ ਜਿਹੜਾ ਸਿਰਫ ਪੜ੍ਹਦਾ ਉਹ ਫਿਰ ਪੜ੍ਹਦਾ ਹੀ ਰਹਿੰਦਾ, ਔਰ ਇਹ ਵੀ ਨਹੀਂ ਹੁੰਦਾ ਵੀ ਜ਼ਰੂਰੀ ਉਹ ਕੁਛ ਲਿਖੇ ਤਾਂ ਹੀ ਲਿਖਾਰੀ ਬਣਦਾ ਜੀ, ਪਰ ਉਹਦੇ ਕੋਲ ਐਨਾਲਿਟੀਕਲ ਮਾਈਂਡ ਹੋ ਜਾਂਦਾ, ਪੜਚੋਲਾਤਮਕ, ਹਰ ਗੱਲ ਨੂੰ ਉਹ ਸੱਚ ਤੇ ਕੱਚ ਦੇ ਵਿੱਚ ਫਰਕ ਜਾਣਦਾ ਜੀ। ਔਰ ਫਿਰ ਇਹ ਵੀ ਜ਼ਰੂਰੀ ਨਹੀਂ, ਇੱਕ ਜ਼ਮਾਨਾ ਸੀ ਕਿ ਲਿਖਣ ਦੀ ਗੱਲ ਨੂੰ, ਕਿਉਂਕਿ ਜਿਸ ਸਮਾਜ 'ਚ 4000 ਸਾਲ ਤੋਂ ਬ੍ਰਾਹਮਣ ਦੀ ਸਰਦਾਰੀ ਸੀ ਜੀ, ਐਜੂਕੇਸ਼ਨ ਉਹਨਾਂ ਨੇ ਆਪਣੇ ਕੋਲ ਰੱਖੀ ਹੋਈ ਸੀ, ਲਿਖਣ ਦਾ ਦੀ ਜ਼ਬਾਨ ਜਿਹੜੀ ਕਮਿਊਨੀਕੇਸ਼ਨ ਦੀ ਸੰਸਕ੍ਰਿਤ ਸੀ ਉਹ ਵੀ ਉਹਨਾਂ ਦੇ ਕੋਲ ਸੀ ਜੀ, ਇਸ ਲਈ ਉਹੀ ਲਿਖਦੇ ਸੀ ਤੇ ਉਹੀ ਪੜ੍ਹਦੇ ਸੀ। ਉਹਨਾਂ ਦੇ ਲਿਖੇ ਵੇਦ ਆਪ ਹੀ ਉਹ ਮੰਤਰ ਪੜ੍ਹ ਦਿੰਦੇ ਸੀ। ਲੋਕਾਂ ਨੂੰ ਤਾਂ ਉਹ ਖਰਚਾ ਹੀ ਕਹਿੰਦਾ ਸੀ ਜੀ, ਇਹ ਹਵਨ ਕਰਨਾ ਹੈ ਤੇ ਇੰਨਾ ਖਰਚਾ ਆਏਗਾ, ਜਾਂ ਇਹੀ ਹਾਲ ਵਿਆਹਾਂ ਤੇ ਵੀ ਹੁੰਦਾ ਉਹਨਾਂ ਦੇ ਜੀ, ਜੋ ਮੰਤਰ ਪੜ੍ਹਦੇ ਨੇ। ਕਦੇ ਇਹਨਾਂ ਦੇ ਹਿੰਦੂਆਂ ਦੇ ਕਿਸੇ ਵਿਆਹ 'ਚ ਸ਼ਮੂਲੀਅਤ ਕਰਕੇ ਦੇਖੋ ਜੀ ਕਿ ਅੱਧੀ ਰਾਤ ਤੋਂ ਬਾਅਦ ਉਠਾਏ ਹੁੰਦੇ ਨੇ, ਉਦੋਂ ਅੱਧ ਨੀਂਦੇ ਹੁੰਦੇ ਨੇ ਸਾਰੇ ਜੀ। ਉਹ ਉਹਨਾਂ ਨੂੰ ਲੋਕਾਂ ਨੂੰ ਤਾਂ ਇੱਕੋ ਹੀ ਸਮਝ ਆਉਂਦਾ ਜਦੋਂ ਉਹਦੇ 'ਚ ਸਵਾਹਾ ਕਹਿ ਕੇ ਉਹਦੇ ਵਿੱਚ ਕੋਈ ਪਾਉਂਦੇ ਨੇ ਜਿਹਨੂੰ ਸਮੱਗਰੀ ਕਹਿੰਦੇ ਨੇ। ਬਾਕੀਆਂ ਦੇ ਲਈ ਤਾਂ ਉਹਨਾਂ ਦੇ ਲਈ ਤਾਂ ਉਹ ਫਾਰਸੀ ਹੈ, ਬੇਸ਼ੱਕ ਪੜ੍ਹ ਸੰਸਕ੍ਰਿਤ ਹੀ ਰਹੇ ਹੁੰਦੇ ਨੇ, ਕਿਉਂਕਿ ਇਹ ਵੀ ਉਹਨਾਂ ਦੀ ਇੱਕ ਟੈਕਨੀਕ ਸੀ। ਹਾਂ, ਜਿਹੜੇ ਲੋਕ ਉਹਦੇ 'ਚ ਪਾਰਟਿਸਪੈਂਟ ਹੁੰਦੇ ਨੇ ਉਹਨਾਂ ਦੇ ਯੱਗ ਹੋਮ ਦੇ ਵਿੱਚ, ਉਹਨਾਂ ਨੂੰ ਇਹ ਯਕੀਨ ਜ਼ਰੂਰ ਕਰਵਾਇਆ ਹੋਇਆ, ਜਿਹੜਾ ਯਕੀਨ ਅੱਜ ਸਾਡੇ ਵੀ ਜਿਹੜੇ ਉਸ ਐਜੂਕੇਸ਼ਨ ਸਿਸਟਮ 'ਚ ਸਿੱਖ, ਮੁਸਲਮਾਨ ਜਾਂ ਈਸਾਈ ਬੱਚੇ ਪੜ੍ਹਨ ਵਾਲੇ ਨੇ, ਕਿ ਵੇਦ ਬਹੁਤ ਮਹਾਨ ਨੇ ਜੀ, ਵੇਦਾਂ ਦੇ ਵਿੱਚ ਬਹੁਤ ਗਿਆਨ ਹੈ। ਈਵਨ ਕਈ ਉਸ ਤੋਂ ਵੀ ਅੱਗੇ ਜਾ ਕੇ ਕਈ ਇਹ ਵੀ ਤੁਹਾਡੇ ਨਾਲ ਡਿਬੇਟ ਕਰਨਗੇ ਜੀ, ਇਹ ਜਿਹੜੀ ਟ੍ਰੇਨ ਨਿਕਲੀ, ਜਹਾਜ਼ ਨਿਕਲਿਆ, ਰਾਕਟ ਨਿਕਲੇ, ਜਿਹੜੇ ਸਪੇਸ ਦੇ ਵਿੱਚ ਜਾਣ ਵਾਲੀਆਂ ਸ਼ਟਲਸ ਨੇ, ਇਹ ਤਾਂ ਸਾਡੇ ਸਾਰੇ ਵੇਦਾਂ ਚੋਂ ਹੀ ਲੈ ਕੇ ਗਏ, ਇਹ ਚੁੱਕ ਕੇ ਲੈ ਗਏ, ਉਹਦੇ 'ਚ ਉਹਨਾਂ ਨੇ ਕੱਢੇ। ਸਾਡੇ ਵੇਦਾਂ 'ਚ ਸਭ ਕੁਝ ਲਿਖਿਆ ਹੋਇਆ ਜੀ। ਰਾਮਚੰਦਰ ਜਿਹੜੇ ਅਯੁੱਧਿਆ ਮੁੜੇ ਸੀ ਸ੍ਰੀਲੰਕਾ ਤੋਂ, ਜਿਹੜੇ ਉੜਨ ਖਟੋਲੇ 'ਚ ਆਏ ਸੀ ਉਹ ਜਹਾਜ਼ ਹੀ ਸੀ ਜੀ। ਜਿਹੜੀਆਂ ਅਰਜਨ ਤੀਰ ਛੱਡਦਾ ਸੀ ਜੀ, ਅੱਗ ਲੱਗ ਜਾਂਦੀ, ਉਹ ਮਿਜ਼ਾਈਲਾਂ ਸੀ ਅੱਗ ਨਾਲ ਚੱਲਣ ਵਾਲੀਆਂ ਜੀ। ਸੋ ਮਤਲਬ, ਔਰ ਮੈਜੋਰਟੀ ਜਿਹੜੇ ਨੇ ਉਹਨਾਂ ਦੇ ਵਿੱਚ ਵੱਡੇ PhDs ਔਰ ਹਾਈਲੀ ਐਜੂਕੇਟਿਡ, ਉਹਨਾਂ ਦੀ ਐਸੀ ਬ੍ਰੇਨ ਵਾਸ਼ਿੰਗ ਹੈ ਜੀ, ਉਹ ਕਹਿਣਗੇ ਜੀ ਬਹੁਤ ਮਹਾਨ ਸੰਸਕ੍ਰਿਤੀ ਸੀ। ਹੁਣ ਇੱਕ ਪੱਖ ਤਾਂ ਇਹ ਹੈ ਜਿਹਦੇ ਥੱਲੇ ਹੁਣ ਉਹੀ ਉਹਨਾਂ ਦੇ ਮਹਾਨ ਵੇਦ ਅੱਜ ਵੀ ਮਹਾਨ ਹੀ ਕਹਿਣਗੇ। ਵੇਦ ਤੋਂ ਪਹਿਲਾਂ ਕੱਲਾ ਵੇਦ ਸ਼ਬਦ ਕੋਈ ਕਹਿੰਦਾ ਹੀ ਨਹੀਂ, ਮਹਾਨ ਵੇਦ ਕਹਿਣਗੇ ਜੀ। ਇਹੋ ਜਿਹੇ ਹੀ ਕੰਮ ਉਹਨਾਂ ਨੇ, ਜਿਨ੍ਹਾਂ ਨੂੰ ਨਾਇਕ ਕਿਹਾ ਉਹਨਾਂ ਨੇ, ਉਹ ਲਾਲਾ ਲਾਜਪਤ ਰਾਏ ਝੂਠਾ ਬੰਦਾ। ਹੁਣ ਮੈਂ ਕੁਝ ਗੱਲਾਂ ਕਹਿ ਨਹੀਂ ਸਕਦਾ ਪਬਲਿਕ ਐਡਰੈਸ ਸਿਸਟਮ ਤੇ, ਕਿਸ ਕਿਸਮ ਮਰਿਆ ਕਾਹਦੇ ਨਾਲ ਹੈ ਉਹ ਜੀ। ਔਰ ਛਤਰੀ ਦੇ ਉੱਤੇ ਉਹਦੇ ਜਿਹੜਾ ਉਹ ਡੰਡਾ ਲੱਗਦਾ ਕਿਸੇ ਦਾ, ਟੀਵੀ ਦਾ ਸ਼ਿਕਾਰ ਹੈ, ਮਰ ਜਾਂਦਾ ਹੈ,
ਜੀ ਉਹਨੂੰ ਚੁੱਕ ਕੇ ਜਿਹੜਾ ਉਸ ਵੇਲੇ ਦਾ ਲਾਹੌਰ ਦੇ ਵਿੱਚ ਪ੍ਰੈਸ ਸੀ, ਬਾਅਦ ਝੂਠਾ ਪ੍ਰੈਸ ਜਲੰਧਰ ਚ ਆਇਆ, ਉਹਨੂੰ ਨਾਇਕ ਬਣਾ ਦਿੰਦੇ ਨੇ ਕਿ ਜੀ ਇਹ ਲਾਲਾ ਲਾਜਪਤ ਰਾਏ। ਫਿਰ ਉੱਥੇ ਨਹੀਂ ਟਿਕੇ, ਉਹਨਾਂ ਨੂੰ ਲੱਗਾ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਸ਼ੇਰੇ ਪੰਜਾਬ ਲੱਗਾ ਜਿਹੜਾ ਇਹ ਇੱਕ ਸਿੱਖ ਨੂੰ ਤਾਂ ਬਹੁਤ ਅੱਗੇ ਲਿਜਾਂਦਾ ਹੈ ਜੀ, ਤਾਂ ਉਹਨੂੰ ਪੰਜਾਬ ਕੇਸਰੀ ਕਹਿਣ, ਕਿਉਂਕਿ ਸ਼ੇਰ ਦੇ ਲਈ ਸ਼ਬਦ ਕੇਸਰੀ ਵੀ ਹੁੰਦਾ ਜੀ, ਤੇ ਉਹਦੇ ਨਾਂ ਦੇ ਨਾਲ ਜਿਹੜਾ ਉਹ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਕਹਿਣਗੇ ਜੀ। ਔਰ ਉਸ ਨੂੰ ਹੀ ਰਾਦਰ ਅਮਰ ਕਰਨ ਦੇ ਲਈ ਫਿਰ ਉਹਨਾਂ ਨੇ ਜਿਹੜੀ ਇੱਕ ਅਖਬਾਰ ਕੱਢੀ, ਜਿਹਦੀ ਬਹੁਤ ਵੱਡੀ ਸਰਕੂਲੇਸ਼ਨ ਸੀ, ਹੁਣ ਵੀ ਹੋਣੀ ਹੈ, ਉਹਦਾ ਨਾਮ ਵੀ ਪੰਜਾਬ ਕੇਸਰੀ ਰੱਖਿਆ ਜੀ ਜੀ। ਸੋ ਇੱਕ ਝੂਠੇ ਬੰਦੇ ਨੂੰ ਜਿਹਦਾ ਕੋਈ ਬੇਸਿਕਲੀ ਆਰੀਆ ਸਮਾਜੀ ਜ਼ਿੰਦਗੀ ਦੇ ਅਖੀਰ 'ਚ ਨਾਸਤਿਕਤਾ ਦੇ ਥੱਲੇ ਇੱਥੋਂ ਬਾਹਰੋਂ ਪੈਸੇ ਇਕੱਠੇ ਕਰਕੇ ਲੈ ਗਿਆ ਗਦਰ ਪਾਰਟੀ ਦੇ ਨਾਂ ਥੱਲੇ, ਜਿਹਦਾ ਹਿਸਾਬ ਕਿਤਾਬ ਨਹੀਂ ਦਿੱਤਾ। ਮਾਸਤਾਰਾ ਸਿੰਘ ਨੇ ਉਦੋਂ ਕਿਹਾ ਸੀ ਕਿ ਵੀ ਅਸੀਂ ਇਹ ਤੋਂ ਮੁਕੱਦਮਾ ਕਰਾਂਗੇ, ਇਹਦੇ ਤੋਂ ਪੈਸੇ ਲੈਣ ਦੇ, ਉਹ ਤੋਂ ਵੀ ਘਬਰਾਇਆ ਉਹ ਜੀ, ਉਹਨੂੰ ਨਾਇਕ ਬਣਾ ਦਿੱਤਾ। ਹੁਣ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਗਾਂਧੀ, ਹੁਣ ਗਾਂਧੀ ਦੀਆਂ ਜਿਹੜੇ ਚਿੱਠੇ ਹੁਣ ਦੇ ਰਾਈਟਰ ਕੱਢ ਰਹੇ ਨੇ ਜੀ ਵੀ ਕਿਸ ਕਿਸਮ ਦਾ ਉਹ ਉਸ ਦਾ ਕਿਰਦਾਰ ਔਰ ਕਿਸ ਕਿਸਮ ਦਾ ਉਹਦਾ ਆਪਣਾ ਆਚਰਣ ਜੀ, ਔਰ ਉਹਨੂੰ ਬਾਪੂ ਬਣਾਇਆ ਹੋਇਆ, ਰਾਸ਼ਟਰਪਿਤਾ ਬਣਾਇਆ ਹੋਇਆ। ਨਹਿਰੂ ਦਾ ਵੀ ਹਾਲ ਕੋਈ ਉਤੋਂ ਬੈਟਰ ਨਹੀਂ। ਹੁਣ ਵੀ ਤੁਸੀਂ ਗੂਗਲ ਕਰੋ ਉਹਦੀ ਸਿਗਰਟ ਸਮੋਕਿੰਗ ਦੀ ਫੋਟੋ, ਔਰ ਜਿਹਨੇ ਇੱਕ ਕਿਤਾਬ ਲਿਖੀ ਕੈਲੀਫੋਰਨੀਆ ਦੀ ਯੂਨੀਵਰਸਿਟੀ ਦਾ ਪ੍ਰੋਫੈਸਰ ਨਹਿਰੂ ਦੇ ਬਾਰੇ, ਉਹਨੇ ਜਾ ਕੇ ਜਿੰਨੀਆਂ ਗੇ ਬਾਰਸ ਨੇ ਲੰਡਨ ਦੇ ਵਿੱਚ ਜਾਂ ਦੂਜੇ ਉੱਥੇ ਰਿਸਰਚ ਕੀਤੀ। ਨਹਿਰੂ ਉੱਥੇ ਗੇ ਬਾਰਸ ਦੇ ਵਿੱਚ ਹੀ ਨੱਚਦਾ ਰਿਹਾ, ਇਹੀ ਇਹਨਾਂ ਦਾ ਕਰਦਾ। ਉਹਨੂੰ ਕਿੰਨਾ ਵੱਡਾ ਇੰਟੈਲੈਕਚੁਅਲ ਔਰ ਦੂਜਾ ਤੀਜਾ ਬਣਾ ਕੇ ਸਾਬਤ ਕੀਤਾ ਹੋਇਆ। ਪਟੇਲ, ਹੁਣ ਪਟੇਲ ਦਾ ਉਹ ਜਿਹੜਾ ਹਿਟਲਰ ਇਨ ਦਾ ਮੇਕਿੰਗ ਆ ਗੁਜਰਾਤ ਵਾਲਾ, ਉਹ ਕਹਿੰਦਾ ਜੀ ਅਸੀਂ ਇੰਨੇ 1000 ਫੁੱਟ ਉੱਚਾ ਜਿਹੜਾ ਪਟੇਲ ਦਾ ਜਿਹੜਾ ਬੁੱਤ ਲਾ ਰਹੇ ਹਾਂ ਜਿਹੜਾ ਦੁਨੀਆ 'ਚ ਕਿਤੇ ਨਹੀਂ ਜੀ। ਔਰ ਉਹਨੇ ਕਿਹਾ ਜੀ ਭਾਰਤ ਭਰ ਦੇ ਵਿੱਚੋਂ ਉਹਦੇ ਲਈ ਅਸੀਂ ਲੋਹਾ ਮੰਗਿਆ ਕਿ ਉਹ ਲੋਹਾ ਲਿਆਂਦਾ ਜਾਏ, ਔਰ ਕਿੰਨੇ 1000 ਕਰੋੜ ਦੇ ਨਾਲ ਜਿਹੜਾ ਉਸ ਦਾ ਉਹ ਬੁੱਤ ਉੱਥੇ ਬਣਾਉਣਾ ਚਾਹੁੰਦੇ ਨੇ। ਔਰ ਉਹਦੇ ਤੇ ਇੱਕ ਸਟੋਰੀ ਮੀਡੀਆ ਨੇ ਕੀਤੀ ਵੀ ਜਿਸ ਸਕੂਲ ਦੇ ਵਿੱਚ ਪਟੇਲ ਪੜ੍ਹਿਆ ਉਹਦਾ ਇੰਨਾ ਬੁਰਾ ਹਾਲ ਹੈ ਵੀ ਉਹਨਾਂ ਨੇ ਮੰਗ ਕੀਤੀ ਵੀ ਸਾਨੂੰ 25,000 ਰੁਪਏ ਦੀ ਇੰਨੀ ਗ੍ਰਾਂਟ ਦੇ ਦਿਓ ਵੀ ਆਹ ਬੱਚਿਆਂ ਦੀਆਂ 5ਵੀਂ ਤੱਕ ਦੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ, ਉਹ ਉਹਨਾਂ ਨੂੰ ਨਹੀਂ ਦਿੱਤੀ ਹੈ ਜੀ। ਹੁਣ ਇਸ ਕਿਸਮ ਦੇ ਡਰਾਮੇ, ਕਿਉਂਕਿ ਝੂਠਾ ਇਤਿਹਾਸ ਬਣਾਉਣਾ, ਉਹਦਾ ਬੁੱਤ ਬਣਾ ਦਿਓ, ਫਿਰ ਉਹਦੇ ਤੇ ਝੂਠਾ ਇਤਿਹਾਸ ਲਿਖ ਦਿਓ ਜਿਵੇਂ ਗਾਂਧੀ ਨੂੰ ਬਣਾਇਆ ਜੀ। ਔਰ ਇਸੇ ਤਰੀਕੇ ਨਾਲ ਜਿਹੜਾ ਦੂਸਰਿਆਂ ਦਾ ਇੰਦਰਾ ਗਾਂਧੀ ਜੀ ਕਿ ਵੀ ਇੱਕ ਨਲਾਇਕ, ਮੈਂਟਲੀ ਸਿਕ, ਬਿਲਕੁਲ ਉਹਦਾ ਲਾਈਫ ਸਟਾਈਲ ਜਿਹਦੀਆਂ ਗੱਲ ਨਹੀਂ ਕੀਤੀ ਜਾ ਸਕਦੀ ਇਸ ਪ੍ਰੋਗਰਾਮ ਜੀ, ਉਸ ਨੂੰ ਦੁਰਗਾ ਬਣਾ ਦਿੱਤਾ ਜੀ। ਔਰ ਫਿਰ ਉਹਦੇ ਮਰਨ ਤੋਂ ਬਾਅਦ ਜਿਹੜਾ ਕਿ ਉਹ ਡਿਜ਼ਰਵ ਕੀਤਾ, ਉਹਨੇ ਨਰਕਗਾਮੀ ਹੋਈ ਜੀ। ਕੋਈ ਹਵਾਈ ਅੱਡੇ ਦਾ ਨਾਂ ਉਹਦੇ ਨਾਂ ਤੇ ਹੈ, ਕਿੰਨੀਆਂ ਯਾਦਾਂ ਉਹਨੂੰ ਕਿਵੇਂ ਬਣਾ ਕੇ ਪੇਸ਼ ਕਰ ਰਹੇ ਨੇ। ਆਕਸਫੋਰਡ ਯੂਨੀਵਰਸਿਟੀ 'ਚ ਜਿਹੜਾ ਪੈਰਲਲ ਗ੍ਰਾਂਟ ਦੇ ਕੇ ਉਹਦੇ ਨਾਂ ਦੀ ਜਿਹੜੀ ਹੈ ਉਹ ਸਕਾਲਰਸ਼ਿਪ ਐਸਟੈਬਲਿਸ਼ ਕਰ ਰਹੇ ਨੇ ਜੀ। ਸੋ ਹੁਣ ਇਹ ਸਾਰਾ ਪਾਰਟ ਜਿਹੜਾ ਹੈ, ਇਹਨਾਂ ਨੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਕੋਲ ਤਾਂ ਨਾ ਇਤਿਹਾਸ ਸੀ ਨਾ ਉਹਨਾਂ ਦੇ ਨਾਇਕ ਨੇ, ਉਹਨਾਂ ਨੇ ਤਾਂ ਝੂਠਿਆਂ ਨੂੰ ਬਣਾਉਣਾ ਹੀ ਹੈ। ਪਰ ਹੁਣ ਐਸਾ ਸਿੱਖਾਂ ਨੂੰ ਕੌਣ ਰੋਕ ਰਿਹਾ ਹੈ? ਔਰ ਅੱਜ ਸਿਰਫ ਲਿਖਤੀ ਵਰਡ ਦੀ ਮੈਂ ਗੱਲ ਕੀਤੀ ਸੀ, ਹੁਣ ਤਾਂ ਵੈਸਟਰਨ ਵਰਲਡ ਦੇ ਵਿੱਚ ਜਾਂ ਈਵਨ ਯੂਨੀਵਰਸਿਟੀਜ਼ ਦੇ ਵਿੱਚ ਵੀ ਜਿਹੜੀ ਓਰਲ ਹਿਸਟਰੀ ਹੈ ਜੀ, ਜ਼ਬਾਨੀ ਬਿਆਨ ਕਰਨਾ ਹੈ, ਉਸ ਨੂੰ ਵੀ ਉਨੀ ਕੀ ਮਾਨਤਾ ਹਾਸਲ ਹੈ। ਕਈ ਯੂਨੀਵਰਸਿਟੀਜ਼ ਦੇ ਵਿੱਚ ਇਸ ਨਾਲ ਰਿਲੇਟਡ ਪੂਰੇ ਉਹਨਾਂ ਦੇ ਮਹਿਕਮੇ ਨੇ ਕਿ ਜਿਹੜੇ ਰਿਕਾਰਡ ਕਰਦੇ ਨੇ ਵਰਬਲ ਹਿਸਟਰੀ ਜੀ। ਸੋ ਜਿਹੜੇ ਸਿੱਖਾਂ ਨੇ ਇਹ ਸਾਰੇ ਸਮੇਂ ਦੇ ਵਿੱਚ ਨਹੀਂ ਵੀ ਲਿਖਿਆ, ਜਿਹੜੇ ਬਜ਼ੁਰਗ ਪੀੜ੍ਹੀ ਦੇ ਵੀ ਨੇ, ਪਰ ਜਿਹੜੇ ਜਿਨ੍ਹਾਂ ਅਨੁਭਵਾਂ ਚੋਂ ਲੰਘੇ, ਭਾਵੇਂ ਉਹ ਹਿੰਦੁਸਤਾਨ ਦੀ ਫੌਜ ਸਰਵ ਕਰਦਿਆਂ ਲੰਘੇ, ਹੋਰ ਕਿਸੇ 'ਚ, ਉਹਨਾਂ ਨੂੰ ਰਿਕਾਰਡ ਕਰਨਾ ਚਾਹੀਦਾ, ਕਿਉਂਕਿ ਓਰਲ ਹਿਸਟਰੀ ਜੀ ਅੱਜ ਇੱਕ ਹਿੱਸਾ ਹੈ ਉਸ ਸਾਰੀ ਟ੍ਰੇਨਿੰਗ ਦਾ। ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜੇ ਤੁਸੀਂ ਮਿਆਰ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀ ਲਿਖਣ ਵਾਲੇ ਦੇ ਕੋਲ ਕੋਈ ਬਹੁਤ ਲੱਛੇਦਾਰ ਭਾਸ਼ਾ ਹੋਏ, ਬੜੀ ਗ੍ਰਾਮੈਟੀਕਲ ਲੈਂਗੁਏਜ ਹੋਏ ਜੀ। ਜੇ ਸੱਚ ਹੈ ਤਾਂ ਮਿਆਰ ਉਹਦਾ ਬਣ ਜਾਂਦਾ ਹੈ। ਤੁਸੀਂ ਹੋਲੋਕਾਸਟ ਮਿਊਜ਼ੀਅਮ ਕਿਤੇ ਜਾ ਕੇ ਦੇਖੋ, ਇੱਕ ਛੋਟੀ ਬੱਚੀ ਹੈ, ਉਹਦੀ ਡਾਇਰੀ ਦੇ ਉੱਤੇ ਹੀ ਜਿਹੜੀ ਆ ਉਹਨਾਂ ਨੇ ਪੂਰੀ ਇੱਕ ਬਲੌਕ ਸਿਰਜਿਆ ਹੋਇਆ ਕਿ ਉਹ ਕੈਦ ਦੇ ਵਿੱਚ ਆ, ਉਹ ਰੋਜ਼ਾਨਾ 2-4 ਲਾਈਨਾਂ ਲਿਖ ਦਿੰਦੀ ਹੈ, ਉਸ ਦੇ ਉੱਤੇ ਹੀ ਜਿਹੜੀ ਉਹ ਸਾਰੀ ਹਿਸਟਰੀ ਬਣ ਜਾਂਦੀ ਜੀ। ਇਸੇ ਤਰ੍ਹਾਂ ਬਹੁਤ ਸਾਰੇ ਦੁਨੀਆ ਦੇ ਵਿੱਚ ਜਿਹੜੇ ਬਹੁਤ ਮਸ਼ਹੂਰ ਰਾਈਟ ਅਪਸ ਨੇ, ਉਹ ਟਰੂ ਲਾਈਫ ਐਕਸਪੀਰੀਅੰਸ ਨੇ ਜੀ ਜੀ, ਸੱਚਾਰੀ ਜ਼ਿੰਦਗੀ ਦੇ ਅਨੁਭਵ ਨੇ। ਉਹ ਕੋਈ ਸ਼ੈਕਸਪੀਅਰ ਦੀ ਅੰਗਰੇਜ਼ੀ 'ਚ ਨਹੀਂ ਲਿਖੇ ਹੋਏ ਉਹਨਾਂ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ ਕਿ ਸਾਨੂੰ ਪੜ੍ਹਨ ਦਾ ਔਰ ਲਿਖਣ ਦਾ ਜਿਹੜਾ ਹੈ ਇਸ ਪਾਸੇ ਵੱਲ ਤਵੱਜੋ ਦੇਣੀ ਚਾਹੀਦੀ ਹੈ ਜੀ। ਤੇ ਜਿਹੜੇ ਪੜ੍ਹੇ ਵੀ ਨੇ ਤੇ ਲਿਖਣ ਦੇ ਵਿੱਚ ਵੀ ਨੇ, ਉਹ ਉਹੀ ਅੱਖਰ ਲਿਖਣ ਜਿਹਨੂੰ ਗੁਰੂ ਅਮਰਦਾਸ ਜੀ ਨੇ ਸਾਨੂੰ ਡਾਇਰੈਕਟਿਵ ਦਿੱਤਾ ਹੈ ਕਿ ਜਿਹਦੇ 'ਚ
ਸੱਚ ਦੀ ਗੱਲ, ਰੱਬ ਦੇ ਨਾਂ ਦੀ ਗੱਲ, ਕਿਉਂਕਿ ਰੱਬ ਤੇ ਟਰੂਥ ਸਿਨੋਨਿਮਸ ਹੈ ਜੀ। ਹੱਕ ਸ਼ਬਦ ਇਸਲਾਮੀ ਜਗਤ ਦੇ ਵਿੱਚ ਰੱਬ ਲਈ ਇਸਤੇਮਾਲ ਹੁੰਦਾ। ਜਦੋਂ ਅਸੀਂ ਸੱਚ, ਹੱਕ, ਇਨਸਾਫ ਕਹਿੰਦੇ ਆ, ਹੱਕ ਸਿਰਫ ਰਾਈਟ ਦੀ ਗੱਲ ਨਹੀਂ ਹੈ, ਜੀ ਕਿਉਂਕਿ ਇਹ ਰੱਬ ਦੇ ਨਾਲ ਜੁੜਿਆ ਸ਼ਬਦ ਹੈ। ਹੱਕ ਰੱਬ ਹੈ, ਇਸ ਲਈ ਜਿਹੜਾ ਸਾਡਾ ਬਣਦਾ ਹੱਕ ਹੈ ਉਹ ਰੱਬੀ ਸਾਡਾ ਰਾਈਟ ਹੀ ਬਣ ਜਾਂਦਾ ਹੈ। ਔਰ ਉਹਨੂੰ ਲੈਣ ਦੇ ਲਈ ਕੋਈ ਵੀ ਜਿਹੜਾ ਯਤਨ, ਇਨਕਲੂਡਿੰਗ ਸੌਰਡ, ਜਿਹੜਾ 10ਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਜੀ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਉਹ ਹਲਾਲ ਹੈ। ਸੋ ਬਹੁਤ ਬਹੁਤ ਧੰਨਵਾਦ ਵੀਰ ਹਰਪ੍ਰੀਤ ਸਿੰਘ ਦਾ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਪੁਣੇ ਮਹਾਰਾਸ਼ਟਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੈਂ ਤੁਹਾਡਾ ਪ੍ਰੋਗਰਾਮ ਲਗਾਤਾਰਤਾ ਨਾਲ YouTube ਤੇ ਦੇਖਦਾ ਹਾਂ। ਮੈਨੂੰ ਪ੍ਰੋਗਰਾਮ ਦੇ ਅਪਲੋਡ ਹੋਣ ਦੀ ਹਮੇਸ਼ਾ ਇੰਤਜ਼ਾਰ ਰਹਿੰਦੀ ਹੈ। ਮੈਂ ਸਮਝਦਾ ਹਾਂ ਕਿ ਪ੍ਰੋਗਰਾਮ ਦੇ ਤੇਜ਼ੀ ਨਾਲ ਪਾਪੂਲਰ ਹੋਣ ਦੇ ਕਾਰਨਾਂ ਵਿੱਚ ਇੱਕ ਕਾਰਨ ਈਮੇਲ ਸੈਕਸ਼ਨ ਹੈ। ਜਿਸ ਤਰ੍ਹਾਂ ਦਰਸ਼ਕਾਂ ਨੂੰ ਆਪਣੇ ਜਜ਼ਬਾਤਾਂ ਦੇ ਇਜ਼ਹਾਰ ਕਰਨ ਦਾ ਪਲੇਟਫਾਰਮ ਮਿਲਿਆ ਹੈ, ਜਿਸ ਕਿਸੇ ਨੇ ਵੀ ਇਸ ਪ੍ਰੋਗਰਾਮ ਦਾ ਫਾਰਮੈਟ ਬਣਾਇਆ ਹੈ ਉਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਦੁਨੀਆ ਭਰ ਵਿੱਚ ਬੈਠੇ ਸਿੰਘਾਂ ਸਿੰਘਣੀਆਂ ਦੇ ਵਿਚਾਰਾਂ ਨੂੰ ਭਾਰਤ ਵਿੱਚ ਬੈਠਿਆਂ ਸੁਣਨਾ ਬਹੁਤ ਹੀ ਵਧੀਆ ਅਹਿਸਾਸ ਦਿੰਦਾ ਹੈ। ਕਈ ਵਾਰ ਕੁਝ ਦਰਸ਼ਕ ਡਾਕਟਰ ਅਮਰਜੀਤ ਸਿੰਘ ਨੂੰ ਬਾਹਰਲੇ ਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਦੀਆਂ ਪ੍ਰਾਪਤੀਆਂ ਬਾਰੇ ਪੁੱਛਦੇ ਹਨ। ਕੁਝ ਵੀਰ ਇਹ ਵੀ ਸੋਚਦੇ ਹਨ ਕਿ ਬਾਹਰ ਬੈਠੇ ਖਾਲਿਸਤਾਨੀਆਂ ਨੂੰ ਪੰਜਾਬ ਵਿੱਚ ਆ ਕੇ ਲੜਨਾ ਮਰਨਾ ਚਾਹੀਦਾ ਹੈ। ਜੇ ਇਹ ਲੋਕ ਮੈਨੂੰ ਇਹ ਸਵਾਲ ਕਰਨ ਤਾਂ ਮੇਰਾ ਜਵਾਬ ਇਹ ਹੋਵੇਗਾ। ਸਭ ਤੋਂ ਪਹਿਲਾਂ ਪ੍ਰਾਪਤੀਆਂ ਬਾਰੇ। ਜਿਹੜੇ ਨੌਜਵਾਨ ਸਿੱਖ ਬੱਚੇ 20 ਸਾਲਾਂ ਦੇ ਹਿੰਦੂ ਵਿਦਿਅਕ ਸਿਸਟਮ ਵਿੱਚੋਂ ਲੰਘ ਕੇ ਪਤਿਤ ਹੋ ਗਏ ਸਨ, ਉਹ ਅੱਜ ਤਿਆਰ ਬਰ ਤਿਆਰ ਸਿੰਘ ਸੱਜ ਕੇ ਖਾਲਿਸਤਾਨ ਬਣਾਉਣ ਲਈ ਤੜਪ ਰਹੇ ਹਨ, ਤਾਂ ਇਸ ਦਾ ਕ੍ਰੈਡਿਟ ਕੌਮੀ ਸ਼ਹੀਦਾਂ ਅਤੇ ਡਾਕਟਰ ਅਮਰਜੀਤ ਸਿੰਘ ਵਰਗੇ ਉਹਨਾਂ ਖਾਲਿਸਤਾਨੀ ਯੋਧਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਅੱਜ ਤੱਕ ਖਾਲਿਸਤਾਨ ਦੀ ਸ਼ਮਾ ਨੂੰ ਰੋਸ਼ਨ ਰੱਖਿਆ ਹੈ। ਕੀ ਇਹ ਪ੍ਰਾਪਤੀ ਛੋਟੀ ਪ੍ਰਾਪਤੀ ਹੈ? ਜਿਹੜੇ ਲੋਕ ਬਾਹਰਲੇ ਸਿੱਖਾਂ ਨੂੰ ਪੰਜਾਬ ਵਿੱਚ ਜਾ ਕੇ ਹਥਿਆਰਬੰਦ ਸੰਘਰਸ਼ ਲੜਨ ਦਾ ਮਿਹਣਾ ਦਿੰਦੇ ਹਨ, ਉਹ ਪਹਿਲਾਂ ਇਹ ਸਪਸ਼ਟ ਕਰਨ ਕਿ ਜਿਨ੍ਹਾਂ ਨੇ 1980 ਤੇ 1990 ਦੇ ਵਿੱਚ ਹਥਿਆਰਬੰਦ ਸੰਘਰਸ਼ ਲੜਿਆ, ਕੀ ਉਹ ਆਜ਼ਾਦੀ ਘੁਲਾਟੀਏ ਸਨ ਜਾਂ ਦਹਿਸ਼ਤਗਰਦ ਸਨ? ਕੀ ਅੱਜ ਆਜ਼ਾਦੀ ਘੁਲਾਟੀਆਂ ਨੂੰ ਦਹਿਸ਼ਤਗਰਦਾਂ ਵਾਂਗ ਨਹੀਂ ਪ੍ਰੈਜ਼ੈਂਟ ਕੀਤਾ ਜਾਂਦਾ? ਜੇ ਡਾਕਟਰ ਅਮਰਜੀਤ ਸਿੰਘ ਪੰਜਾਬ ਜਾ ਕੇ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਨਗੇ ਤਾਂ ਕੀ ਉਹ ਆਜ਼ਾਦੀ ਘੁਲਾਟੀਏ ਹੋਣਗੇ ਜਾਂ ਦਹਿਸ਼ਤਗਰਦ? ਮੈਨੂੰ ਲੱਗਦਾ ਹੈ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਲੋਕ ਖੁਦ ਹਉਮੈ ਦੇ ਮਾਰੇ ਹੋਏ ਲੋਕ ਹਨ ਅਤੇ ਸਿੱਖ ਪੰਥ ਦਾ ਕੋਈ ਭਲਾ ਹੋਇਆ ਨਹੀਂ ਵੇਖਣਾ ਚਾਹੁੰਦੇ। ਅਖੀਰ ਵਿੱਚ ਮੈਂ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਤੇ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਗੁਰੂ ਫਤਿਹ। ਡਾਕਟਰ ਸਾਹਿਬ, ਮੈਂ ਇਹਦਾ ਰਿਸਪੌਂਸ ਲੈਣ ਤੋਂ ਪਹਿਲਾਂ ਨਹੀਂ, ਮੈਂ ਇਨ ਬਰੀਫ ਹੀ, ਕਿਉਂਕਿ ਆਪਣੇ ਆਪ ਦੇ ਵਿੱਚ ਹੀ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਜੀ। ਸੋ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੁਣੇ ਮਹਾਰਾਸ਼ਟਰ ਤੋਂ ਲਿਖਿਆ ਜੀ, ਔਰ ਜਿਸ ਤਰੀਕੇ ਨਾਲ ਇਹਨਾਂ ਨੇ ਦੋਨੋਂ ਹੀ ਨੁਕਤੇ ਉਠਾਏ ਔਰ ਉਹਨਾਂ ਦਾ ਜਿਹੜੇ ਬਹੁਤੇ ਉਠਾਉਂਦੇ ਨੇ ਉਹਨਾਂ ਦਾ ਜਵਾਬ ਦਿੱਤਾ, ਮੇਰਾ ਖਿਆਲ ਹੈ ਵੀ ਸ਼ਾਇਦ ਮੈਂ ਵੀ ਇੰਨਾ ਵਧੀਆ ਆਨਸਰ ਨਹੀਂ ਸੀ ਕਰ ਸਕਦਾ ਜੀ। ਸੋ ਮੈਂ ਆਸ ਕਰਦਾ ਕਿ ਵੀਰ ਗੁਰਪ੍ਰੀਤ ਸਿੰਘ ਸਾਨੂੰ ਇਵੇਂ ਹੀ ਲਿਖਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਜੀ। ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।